ਤਾਂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਸਾਰਿਆਂ ਦਾ ਉਡਾਨ ਇੰਸਟੀਚਿਊਟ ਬਠਿੰਡਾ ਦੇ ਵਿੱਚ। ਤੇ ਅੱਜ ਦੇ ਲੈਕਚਰ 'ਚ ਅਸੀਂ ਗੱਲਬਾਤ ਕਰ ਰਹੇ ਹਾਂ ਇੰਟੈਲੀਜੈਂਸ ਬਾਰੇ। ਬੁੱਧੀ, ਇੰਟੈਲੀਜੈਂਸ। ਤਾਂ ਚਲੋ ਵੀ ਕਰੀਏ ਸ਼ੁਰੂ ਅੱਜ ਦਾ ਆਪਣਾ ਲੈਕਚਰ। ਤਾਂ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜੀ ਇੰਟੈਲੀਜੈਂਸ, ਜਿਸ ਨੂੰ ਅਸੀਂ ਬੁੱਧੀ ਬੋਲਦੇ ਹਾਂ। ਤੁਸੀਂ ਕਲਾਸ ਦੇ ਵਿੱਚ ਜਦੋਂ ਬੱਚਿਆਂ ਨੂੰ ਪੜ੍ਹਾਉਣ ਜਾਂਦੇ ਹੋ ਤਾਂ ਉਸ ਕਲਾਸ ਦੇ ਵਿੱਚ ਮੰਨ ਲਓ ਵੀ 50 ਬੱਚੇ ਤੁਹਾਡੇ ਸਾਹਮਣੇ ਬੈਠੇ ਨੇ, ਤਾਂ ਜਿਹੜੀ ਚੀਜ਼ ਤੁਸੀਂ ਸਭ ਤੋਂ ਪਹਿਲਾਂ ਫੇਸ ਕਰੋਗੇ ਉਹ ਹੈ ਇੰਡੀਵਿਜੂਅਲ ਡਿਫਰੈਂਸਿਸ, ਵਿਅਕਤੀਗਤ ਭਿੰਨਤਾਵਾਂ। ਇਸ ਚੈਪਟਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਵਿਅਕਤੀਗਤ ਭਿੰਨਤਾਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਇੰਟਰ ਇੰਡੀਵਿਜੂਅਲ ਡਿਫਰੈਂਸਿਸ ਤੇ ਇੱਕ ਇੰਟਰਾ ਇੰਡੀਵਿਜੂਅਲ ਡਿਫਰੈਂਸਿਸ। ਇੰਟਰ ਇੰਡੀਵਿਜੂਅਲ ਡਿਫਰੈਂਸਿਸ ਦੇ ਵਿੱਚ ਜਦੋਂ ਤੁਸੀਂ ਬੱਚੇ ਤੋਂ ਦੂਸਰੇ ਬੱਚੇ ਦੇ ਆਪਸੀ ਫਰਕ ਨੂੰ ਦੇਖਦੇ ਹੋ, ਤੇ ਇੰਟਰਾ ਇੰਡੀਵਿਜੂਅਲ ਡਿਫਰੈਂਸਿਸ ਜਦੋਂ ਬੱਚੇ ਦਾ ਖੁਦ ਆਪਣੇ ਆਪ 'ਚ ਹੀ ਕੰਪੈਰੀਜ਼ਨ ਕਰਦੇ ਹੋ ਤੁਸੀਂ, ਕਿ ਕਿਸੇ ਬੱਚੇ ਨੂੰ ਮੈਥ ਪਸੰਦ ਹੋ ਸਕਦਾ, ਉਹਨੂੰ ਸਪੋਰਟਸ ਪਸੰਦ ਨਾ ਹੋਵੇ, ਤਾਂ ਉਹਦੇ ਆਪਦੇ ਹੀ ਡਿਫਰੈਂਸਿਸ ਨੇ। ਇੰਟਰ ਇੰਡੀਵਿਜੂਅਲ ਦੇ ਵਿੱਚ ਜਦੋਂ ਤੁਸੀਂ ਕਿਸੇ ਦੇ ਨਾਲ ਕੰਪੈਰੀਜ਼ਨ ਕਰਕੇ ਡਿਫਰੈਂਸਿਸ ਕਲੀਅਰ ਕਰਦੇ ਹੋ, ਤਾਂ ਜਦੋਂ ਇਹ ਤੁਸੀਂ ਕਲਾਸ ਦੇ ਵਿੱਚ ਜਾਂਦੇ ਸਾਰ ਇਹ ਇੰਡੀਵਿਜੂਅਲ ਡਿਫਰੈਂਸਿਸ ਦੇ ਕਨਸੈਪਟ ਨੂੰ ਫੇਸ ਕਰਦੇ ਹੋ, ਤਾਂ ਉਸ ਇੰਡੀਵਿਜੂਅਲ ਡਿਫਰੈਂਸਿਸ ਦੇ ਕਨਸੈਪਟ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਚੀਜ਼ ਆ ਕਿ ਵਿਅਕਤੀਗਤ ਭਿੰਨਤਾਵਾਂ ਨੇ, ਉਹਦੇ 'ਚੋਂ ਇੱਕ ਮੂਲ ਕਾਰਨ ਉਹਦਾ ਇੰਟੈਲੀਜੈਂਸ ਆ। ਜੋ ਤੁਹਾਡੇ ਸਾਹਮਣੇ ਬੱਚੇ ਬੈਠੇ ਨੇ ਜੋ ਇੱਕ ਦੂਸਰੇ ਤੋਂ ਭਿੰਨ ਨੇ, ਵੈਸੇ ਤਾਂ ਕਈ ਸਾਰੇ ਕਾਰਨ ਆ ਉਹਨਾਂ ਦੇ ਡਿਫਰੈਂਸਿਸ ਦੇ, ਪਰ ਜਿਹੜਾ ਸਭ ਤੋਂ ਇੰਪੋਰਟੈਂਟ ਕਾਰਨ ਆ ਐਜ਼ ਏ ਟੀਚਰ ਤੁਹਾਡੇ ਲਈ, ਉਹ ਹੈ ਇੰਟੈਲੀਜੈਂਸ, ਬੁੱਧੀ। ਬੁੱਧੀ ਦੇ ਪੱਖ ਤੋਂ ਉਹਨਾਂ 'ਚ ਕਈ ਸਾਰੀਆਂ ਭਿੰਨਤਾਵਾਂ ਨੇ। ਕੋਈ ਜ਼ਿਆਦਾ IQ ਦਾ ਮਾਲਕ ਆ, ਕੋਈ ਘੱਟ ਦਾ, ਕਿਸੇ 'ਚ ਇੰਟੈਲੀਜੈਂਸ ਜ਼ਿਆਦਾ ਆ, ਕਿਸੇ 'ਚ ਘੱਟ ਆ। ਕੋਈ ਤੁਹਾਡੀ ਕਹੀ ਹੋਈ ਗੱਲ ਨੂੰ ਬਹੁਤ ਜਲਦੀ ਸਮਝ ਲੈਂਦਾ, ਕਿਸੇ ਨੂੰ ਥੋੜ੍ਹਾ ਐਵਰੇਜ ਜਾਂ ਸਮਾਂ ਲੱਗਦਾ, ਤੇ ਕਿਸੇ ਨੂੰ ਬਹੁਤ ਜ਼ਿਆਦਾ ਸਮਾਂ ਲੱਗਦਾ। ਇਹ ਹੈ ਕਿਉਂ? ਸਿੱਖਣ ਪ੍ਰਕਿਰਿਆ ਦੇ ਵਿੱਚ ਬੁੱਧੀ ਦਾ ਬਹੁਤ ਇੰਪੋਰਟੈਂਟ ਰੋਲ ਆ। ਜਿਹੋ ਜਿਹੀ ਬੱਚੇ ਦੀ ਬੁੱਧੀ ਆ ਉਹ ਉਹੋ ਜਿਹਾ ਹੀ ਸਿੱਖੂਗਾ। ਇਸੇ ਕਰਕੇ ਤੁਹਾਨੂੰ ਇਹ ਕਨਸੈਪਟ ਤੁਹਾਡੇ ਸਿਲੇਬਸ 'ਚ ਪਾਇਆ ਗਿਆ ਕਿ ਤੁਸੀਂ ਜਦੋਂ ਬੱਚੇ ਨੂੰ ਕਲਾਸ ਦੇ ਵਿੱਚ ਜਿਹੜੇ ਵਿਭਿੰਨਤਾਵਾਂ ਨੇ ਉਹਦਾ ਮੁੱਖ ਆਧਾਰ ਬੁੱਧੀ ਆ, ਇੰਟੈਲੀਜੈਂਸ ਆ, ਤਾਂ ਸਭ ਤੋਂ ਪਹਿਲਾਂ ਸਾਡੇ ਟੀਚਰਸ ਮਤਲਬ ਕਿ ਤੁਹਾਡੇ ਲਈ ਇੰਟੈਲੀਜੈਂਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੰਟੈਲੀਜੈਂਸ ਹੈ ਕੀ ਹੈ ਇੰਟੈਲੀਜੈਂਸ, ਕਿਹੜੀਆਂ ਚੀਜ਼ਾਂ ਇਹਨੂੰ ਪ੍ਰਭਾਵਿਤ ਕਰਦੀਆਂ ਨੇ, ਕਿਵੇਂ ਇਹਨੂੰ ਮਾਪਿਆ ਜਾ ਸਕਦਾ, ਤੇ ਵੱਖ-ਵੱਖ ਵਿਦਵਾਨਾਂ ਨੇ ਇਸ ਇੰਟੈਲੀਜੈਂਸ ਨੂੰ ਕੀ ਸਮਝਿਆ। ਜਿਵੇਂ ਕਿ ਉਹਨਾਂ 'ਚੋਂ ਗਾਰਡਨਰ ਦਾ ਤਾਂ ਆਪਣੇ ਸਿਲੇਬਸ ਦੇ ਵਿੱਚ ਹੀ ਮੈਂਸ਼ਨ ਕੀਤਾ ਗਿਆ, ਉਸ ਥਿਊਰੀ ਨੂੰ, ਮਲਟੀਪਲ ਇੰਟੈਲੀਜੈਂਸ ਨੂੰ, ਤੇ ਹੋਰ ਸਾਰੀਆਂ ਥਿਊਰੀਜ਼ ਨੂੰ ਵੀ ਅਸੀਂ ਇਸ ਸਿਲੇਬਸ ਦੇ ਵਿੱਚ ਦੇਖਾਂਗੇ। ਠੀਕ ਹੈ ਜੀ, ਤਾਂ ਚਲੋ ਜੀ ਕਰੀਏ ਸ਼ੁਰੂਆਤ ਆਪਾਂ ਕਿ ਇਸ ਇੰਟੈਲੀਜੈਂਸ ਤੋਂ ਮਤਲਬ ਕੀ ਆ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਸੇ ਕੁਐਸਚਨ ਤੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਤੁਹਾਡੇ ਅਕੋਰਡਿੰਗ ਇੰਟੈਲੀਜੈਂਸ ਕੀ ਹੁੰਦੀ ਆ, ਬੁੱਧੀ ਕੀ ਆ ਤੁਹਾਡੇ ਅਕੋਰਡਿੰਗ। ਤੁਹਾਡੇ ਅਕੋਰਡਿੰਗ ਬੁੱਧੀ ਕੀ ਹੈ? ਤਾਂ ਚਲੋ ਜੀ, ਸਭ ਤੋਂ ਪਹਿਲਾਂ ਇਹਦੇ ਤਿੰਨ ਮੇਨ ਐਸਪੈਕਟਸ ਨੇ। ਐਬਿਲਿਟੀ ਟੂ ਲਰਨ, ਨਵੀਂ ਚੀਜ਼ ਨੂੰ ਸਿੱਖਣ ਦੀ ਯੋਗਤਾ ਨੂੰ ਹੀ ਇੰਟੈਲੀਜੈਂਸ ਕਿਹਾ ਜਾਂਦਾ ਜੀ। ਨਵੀਂ ਚੀਜ਼
ਨੂੰ ਸਿੱਖਣ ਦੀ ਯੋਗਤਾ ਨੂੰ ਹੀ ਇੰਟੈਲੀਜੈਂਸ ਕਿਹਾ ਜਾਂਦਾ। ਬਿਲਕੁਲ ਜੀ ਠੀਕ ਹੋ। ਐਬਿਲਿਟੀ ਟੂ ਲਰਨ, ਸਿੱਖਣ ਦੀ ਯੋਗਤਾ, ਐਬਿਲਿਟੀ ਟੂ ਲਰਨ, ਸਿੱਖਣ ਦੀ ਯੋਗਤਾ। ਤੁਸੀਂ ਡੇਲੀ ਰੂਟੀਨ ਲਾਈਫ ਦੇ ਵਿੱਚ ਕੀ ਕੁਝ ਸਿੱਖਦੇ ਹੋ, ਕਿਹੜੀਆਂ ਚੀਜ਼ਾਂ ਨਵੀਆਂ ਨੇ, ਕਿਹੜੀਆਂ ਚੀਜ਼ਾਂ ਨਵੀਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਸਿੱਖ ਰਹੇ ਹੋ। ਜਿਵੇਂ ਆਪਣੀ ਕਲਾਸ ਦੇ ਪੁਆਇੰਟ ਆਫ ਵਿਊ ਤੋਂ ਹੀ ਆਪਾਂ ਗੱਲ ਕਰ ਲਈਏ ਕਿ ਸਾਈਕੋਲੋਜੀ ਦੇ ਨਵੇਂ ਕਨਸੈਪਟਸ ਆ ਰਹੇ ਨੇ, ਨਵੇਂ ਸਬਜੈਕਟਸ ਨੇ, ਤੁਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਸਿੱਖ ਰਹੇ ਹੋ। ਕੀ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਸਿੱਖ ਰਹੇ ਹੋ, ਕੀ ਇਹਨਾਂ ਨੂੰ ਸਿੱਖਣ ਦੇ ਵਿੱਚ ਤੁਹਾਨੂੰ ਕੋਈ ਸਟਰਗਲ ਕਰਨੀ ਪੈ ਰਹੀ ਆ ਜਾਂ ਸਿੱਖ ਨਹੀਂ ਪਾ ਰਹੇ। ਤਾਂ ਜੋ ਇਹ ਚੀਜ਼ਾਂ ਨੇ ਇਹ ਤੁਹਾਡੀ ਲਰਨਿੰਗ 'ਤੇ ਡਿਪੈਂਡ ਕਰਦੀਆਂ ਨੇ। ਨਵੀਂ ਚੀਜ਼ ਨੂੰ ਜਿਹੜੀ ਸਿੱਖਣ ਦੀ ਤੁਹਾਡੀ ਯੋਗਤਾ ਉਹ ਸਿੱਧੇ ਰੂਪ 'ਚ ਇੰਟੈਲੀਜੈਂਸ ਆ। ਅੱਗੇ ਗੱਲ ਕਰਦੇ ਹਾਂ ਐਬਿਲਿਟੀ ਟੂ ਐਡਜਸਟ। ਐਡਜਸਟ ਹੁੰਦਾ ਸਮਾਯੋਜਨ। ਨਵੇਂ ਹਾਲਾਤਾਂ ਦੇ ਵਿੱਚ ਤੁਸੀਂ ਐਡਜਸਟ ਕਿਸ ਤਰੀਕੇ ਦਾ ਕਰਦੇ ਹੋ, ਤੁਸੀਂ ਨਵੇਂ ਹਾਲਾਤਾਂ ਦੇ ਵਿੱਚ ਆਪਦੇ ਆਪ ਨੂੰ ਕਿਵੇਂ ਢਾਲ ਲੈਂਦੇ ਹੋ, ਇਸ ਨੂੰ ਅਸੀਂ ਬੁੱਧੀ ਕਹਿੰਦੇ ਹਾਂ। ਨਵੇਂ ਹਾਲਾਤਾਂ ਦੇ ਵਿੱਚ, ਨਵੀਆਂ ਸਿਚੁਏਸ਼ਨਸ ਦੇ ਵਿੱਚ, ਟਫ ਸਿਚੁਏਸ਼ਨਸ ਦੇ ਵਿੱਚ ਆਪਦੇ ਆਪ ਨੂੰ ਢਾਲ ਲੈਣਾ, ਉਸ ਸਿਚੁਏਸ਼ਨ ਦੇ ਅਕੋਰਡਿੰਗ ਐਡਜਸਟ ਕਰ ਜਾਣਾ, ਇਹੀ ਇੰਟੈਲੀਜੈਂਸ ਆ। ਆਮ ਆਪਾਂ ਦੇਖਦੇ ਹਾਂ ਨਾ ਕਿ ਉਹ ਜੋ ਹਾਲਾਤ ਦੇ ਵਿੱਚ ਐਡਜਸਟ ਨਹੀਂ ਕਰਦਾ, ਉਹ ਰੌਲਾ ਰੱਪਾ ਪਾਉਂਦਾ, ਤਾਂ ਆਮ ਲੋਕ ਕਹਿੰਦੇ ਆ ਕਿ ਇਹਦੇ ਤਾਂ ਬੁੱਧੀ ਦੀ ਘਾਟ ਆ। ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ, ਪੰਜਾਬੀ ਦੀ ਕਹਾਵਤ ਕਹਿੰਦੀ ਹੈ ਐਬਿਲਿਟੀ ਟੂ ਐਡਜਸਟ। ਨਵੀਂ ਚੀਜ਼ ਦੇ ਵਿੱਚ ਐਡਜਸਟ ਕਰਨ ਦੀ ਯੋਗਤਾ ਨੂੰ ਹੀ ਇੰਟੈਲੀਜੈਂਸ ਜਾਂ ਬੁੱਧੀ ਕਿਹਾ ਜਾਂਦਾ। ਫਿਰ ਅਸੀਂ ਗੱਲ ਕਰੀਏ ਐਬਿਲਿਟੀ ਟੂ ਅਬਸਟਰੈਕਟ। ਐਬਿਲਿਟੀ ਟੂ ਅਬਸਟਰੈਕਟ ਇਮੈਜੀਨੇਸ਼ਨ। ਅਬਸਟਰੈਕਟ ਕੀ ਹੁੰਦਾ, ਕਲਪਨਾ ਕਰਨ ਦੀ ਸ਼ਕਤੀ, ਇਮੈਜੀਨੇਸ਼ਨ। ਕਿ ਨਵੀਂ ਚੀਜ਼ ਨੂੰ ਤੁਸੀਂ ਨਵੀਂ ਚੀਜ਼ ਦੇ ਵਿੱਚ ਕਲਪਨਾ ਕਿਵੇਂ ਕਰਦੇ ਹੋ, ਤੁਹਾਡੀ ਇਮੈਜੀਨੇਸ਼ਨ ਕਿਸ ਤਰ੍ਹਾਂ ਦੀ ਆ, ਤੁਸੀਂ ਦਿਮਾਗ ਦੇ ਵਿੱਚ ਕਿੰਨਾ ਕੁ ਸੋਚਦੇ ਹੋ, ਤੁਸੀਂ ਦਿਮਾਗ ਦੇ ਵਿੱਚ ਵਿਉਂਤਬੰਦੀ ਕਿਸ ਤਰ੍ਹਾਂ ਦੀ ਕਰਦੇ ਹੋ। ਜਿਵੇਂ ਉਹ ਇੱਕ ਰਾਈਟਰ ਆ ਨਾ, ਉਹ ਇੱਕ ਫੁੱਲ ਨੂੰ ਕਿਸ ਤਰੀਕੇ ਨਾਲ ਰੀਪ੍ਰਜੈਂਟ ਕਰ ਰਿਹਾ, ਉਹ ਮੂਨ ਨੂੰ ਕਿਸ ਤਰੀਕੇ ਨਾਲ ਰੀਪ੍ਰਜੈਂਟ ਕਰ ਰਿਹਾ। ਇੱਕ ਰਾਈਟਰ ਇੱਕ ਨਾਵਲ ਲਿਖ ਰਿਹਾ, ਆਪਦੀ ਇਮੈਜੀਨੇਸ਼ਨ ਦੇ ਬੇਸ 'ਤੇ ਫਿਕਸ਼ਨ ਕ੍ਰੀਏਟ ਕਰ ਰਿਹਾ ਉਹ। ਤਾਂ ਤੁਹਾਡੀ ਇਹ ਜਿਹੜੀ ਇਮੈਜੀਨੇਸ਼ਨ ਆ, ਸੋਚਣ ਸਮਝਣ ਦੀ ਸ਼ਕਤੀ ਆ, ਇਹ ਸਿੱਧੇ ਰੂਪ ਦੇ ਵਿੱਚ ਤੁਹਾਡੀ ਇੰਟੈਲੀਜੈਂਸ ਨਾਲ ਜੁੜੀ ਹੋਈ ਚੀਜ਼ ਆ। ਤਾਂ ਤਿੰਨ ਚੀਜ਼ਾਂ ਨੇ ਜੀ, ਹਾਲਾਂਕਿ ਇਹਨੂੰ ਹਾਇਰਾਰਕੀ 'ਚ ਤਾਂ ਨਹੀਂ ਲਿਖ ਸਕਦੇ ਆਪਾਂ। ਤਿੰਨ ਚੀਜ਼ਾਂ ਨੇ ਜੋ ਸਿੱਧੇ ਰੂਪ 'ਚ ਤੁਹਾਡੀ ਬੁੱਧੀ ਨਾਲ ਸੰਬੰਧਿਤ ਨੇ, ਜਾਂ ਕਹਿ ਲਓ ਵੀ ਬੁੱਧੀ ਨੇ। ਤੁਸੀਂ ਨਵੀਂ ਚੀਜ਼ ਨੂੰ ਕਿਵੇਂ ਸਿੱਖਦੇ ਹੋ, ਇਹਨੂੰ ਬੁੱਧੀ ਕਹਿੰਦੇ ਆ। ਨਵੀਂ ਜਗ੍ਹਾ, ਨਵੀਂ ਸਿਚੁਏਸ਼ਨਸ ਦੇ ਵਿੱਚ ਐਡਜਸਟ ਕਿਵੇਂ ਕਰਦੇ ਹੋ, ਇਹਨੂੰ ਬੁੱਧੀ ਕਹਿੰਦੇ ਆ। ਅਤੇ ਤੁਹਾਡੀ ਇਮੈਜੀਨੇਸ਼ਨ, ਕਲਪਨਾ ਕਰਨ ਦੀ ਸ਼ਕਤੀ ਕਿਹੋ ਜਿਹੀ ਆ, ਅਸੀਂ ਇਹਨੂੰ ਬੁੱਧੀ ਕਹਿੰਦੇ ਆ। ਤਾਂ ਜਿਹੜੇ ਤਿੰਨ ਇੰਪੋਰਟੈਂਟ ਅਸਪੈਕਟਸ ਨੇ, ਇਹਨਾਂ ਨੂੰ ਬੁੱਧੀ ਕਿਹਾ ਜਾਂਦਾ, ਜਾਂ ਸਿੱਧੇ ਰੂਪ 'ਚ ਕਹਿ ਲਈਏ ਕਿ ਇਹ ਤਿੰਨ ਚੀਜ਼ਾਂ ਹੀ ਨਿਰਧਾਰਿਤ ਕਰਦੇ ਹਨ ਕਿ ਤੁਸੀਂ ਕੈਸੀ ਬੁੱਧੀ ਦੇ ਮਾਲਕ ਹੋ। ਗੱਲ ਕਲੀਅਰ ਜੀ। ਇਹਦੇ ਨਾਲ ਨੈਕਸਟ ਗੱਲ ਜੀ, ਇਹ ਤਾਂ ਹੁਣ ਆਪਾਂ ਗੱਲ ਕਰ ਲਈ ਕਿ ਕਿਹੜੀਆਂ ਚੀਜ਼ਾਂ ਬੁੱਧੀ ਨੇ, ਜਾਂ ਬੁੱਧੀ ਨੂੰ ਡਿਫਾਈਨ ਕਿਵੇਂ ਕਰਦੇ ਆ। ਹੁਣ ਇੱਕ ਛੋਟੀ ਜਿਹੀ ਗੱਲ ਕਿ ਕਿਹੜੇ ਐਸਪੈਕਟਸ ਨੇ ਜੋ ਇੰਟੈਲੀਜੈਂਸ ਨਹੀਂ ਨੇ ਇੰਟੈਲੀਜੈਂਸ। ਤਾਂ ਉਹਦੇ 'ਚ ਗੱਲ ਕਰੀਏ, ਸਭ ਤੋਂ ਪਹਿਲਾਂ ਮੈਮਰੀ, ਜਿਹਨੂੰ ਆਪਾਂ ਬੋਲਦੇ ਹਾਂ ਯਾਦ ਸ਼ਕਤੀ। ਮੈਮਰੀ, ਯਾਦ ਸ਼ਕਤੀ, ਜਿਹੜੀ ਮੈਮਰੀ ਆ ਉਹ ਇੰਟੈਲੀਜੈਂਸ ਨਹੀਂ ਹੈ। ਇਹ ਕੁਐਸਚਨ ਅਕਸਰ ਹੀ ਆਉਂਦਾ, ਜਿਵੇਂ ਕਿ ਪਹਿਲੇ ਤਿੰਨਾਂ ਦੇ ਵਿੱਚੋਂ ਇਹ ਕੁਐਸਚਨ ਪਾਇਆ ਜਾ ਸਕਦਾ ਕਿ ਕੁਐਸਚਨ ਆ ਜੇ ਕਿ ਹੇਠ ਲਿਖੇ ਚਾਰਾਂ 'ਚੋਂ ਕਿਹੜੀ ਬੁੱਧੀ ਨਹੀਂ ਹੈ, ਤਾਂ ਐਬਿਲਿਟੀ ਟੂ ਮੋਟੀਵੇਸ਼ਨ ਟਾਈਪ, ਇਸ ਤਰ੍ਹਾਂ ਦੀਆਂ ਗੱਲਾਂ ਉਹਦੇ 'ਚ ਆ ਸਕਦੀਆਂ ਕਿ ਬੁੱਧੀ ਨਹੀਂ ਹੈ, ਹੈ ਨਾ, ਜਾਂ ਬੁੱਧੀ ਨਾਲ ਸੰਬੰਧਿਤ ਨਹੀਂ। ਉਸੇ ਤਰੀਕੇ ਨਾਲ ਕਈ ਵਾਰੀ ਇਸ ਤਰ੍ਹਾਂ ਦੀ ਸਟੇਟਮੈਂਟ ਵੀ ਆ ਜਾਂਦੀ ਆ ਕਿ ਹੇਠ ਲਿਖੇ ਚਾਰਾਂ ਦੇ ਵਿੱਚੋਂ ਤੁਸੀਂ ਇੱਕ ਗਲਤ ਨੂੰ ਚੁਣਨਾ, ਤਾਂ ਉੱਥੇ ਇਹ ਆਪਸ਼ਨ ਆਉਂਦੀ ਆ ਕਿ ਉਸਦੀ ਯਾਦ ਸ਼ਕਤੀ ਬਹੁਤ ਕਮਾਲ ਦੀ ਆ, ਉਹ ਹਰ ਚੀਜ਼ ਨੂੰ ਰੱਟ ਲੈਂਦਾ, ਹਰ ਚੀਜ਼ ਉਹਦੇ ਜਿਹੜਾ ਹੈਗਾ ਯਾਦ ਸ਼ਕਤੀ 'ਚ। ਤਾਂ ਇੱਥੇ ਆਪਾਂ ਕੀ ਸਮਝ ਰਹੇ ਹਾਂ ਕਿ ਇਹ ਬੁੱਧੀ ਨਹੀਂ ਹੈ। ਮੈਮਰੀ ਕਦੇ ਵੀ ਬੁੱਧੀ ਨਹੀਂ ਹੁੰਦੀ।
फिर आप गल करके कोई स्किल आ तुहाडे च, टैलेंट आ कोई, ये बुद्धि दे पार्ट नहीं। बुद्धि तो नवीं चीज़ नूं सिखदे किवें हो, एडजस्ट किवें करदे हो, इमैजीनेशन किवें करदे हो, यही बुद्धि आ। तो मैमरी, याद शक्ति, कोई स्किल्ड होना किसी खास काम च, वो इस चीज़ का पैमाना नहीं है कि तुसी बुद्धिमान हो। बुद्धि किसी होर पॉइंट ऑफ व्यू तो देखी जाती है। टैलेंट होना किसी खास शक्ति, जिवें आपां गॉड गिफ्टड कह दिंदे आ, तां उहदे च यह चीज़ नहीं है कि जे तुसी कोई टैलेंटड हो किसी खास फील्ड च तां तुसी बुद्धिमान हो। बुद्धि नूं होर पक्ष तो परखिया जांदा गा। तां इन्हां गल्लां नूं तुसी ध्यान च रखना कि यह चीज़ां बुद्धि नहीं। अगे चलते हैं जी। कुछ फैक्टर्स ने जिहड़े बुद्धि नूं प्रभावित करते हैं। सिंपल जा कंसैप्ट है, इहनूं आपां जल्दी च खत्म करांगे। फैक्टर्स ने जिहड़े बुद्धि नूं प्रभावित करते हैं, जिवें कि हैरिडिटी, याद। हैरिडिटी बुद्धि नूं प्रभावित करती है। सब तो ज़्यादा प्रभावित करने वाला तत्त ही हैरिडिटी आ। ये चीज़ प्रभावित करती आ। कुछ हद तक एनवायरमेंट, एनवायरमेंट च तुसीं ट्रेनिंग वाला कंसैप्ट लिया सकते हो। जिवें कि स्पीयरमैन जी ते एस फैक्टर की थीरी दिंदा, 2 फैक्टर थीरी दिंदा। ਉਹਦੇ 'ਚ ਉਹ ਗੱਲ करदा कि ਜਿਹੜਾ एस फैक्टर आ, स्पैसीफिक स्पैशल फैक्टर आ, ਜਿਹੜਾ ਉਹਨੂੰ ट्रेनिंग ਦੇ ਨਾਲ इंप्रूव किया जा सकदा। ਤਾਂ कुछ हद तक ये है, बहुत ज़्यादा वैलिड पॉइंट नहीं है। ये प्रभावित करदा ओल्ड एक्सपीरियंस, ये प्रभावित करते हैं प्रॉब्लम सॉल्विंग एबिलिटी, मुश्किल नाल नजिठण की योग्यता। तुहाडी ये चीज़ प्रभावित करती है बुद्धि नूं। प्रॉब्लम सॉल्विंग एबिलिटी, मुश्किल नाल नजिठण की योग्यता प्रभावित करती है। इंडिविजुअल डिफरेंसिस तो करते ही करते हैं प्रभावित कि किसी की बुद्धि किहो जी है, किसी की बुद्धि किहो जी आ। पर जिहड़ा इन्हां सारिਆਂ चों इंपॉर्टेंट पॉइंट आ वो ये आ कि जेंडर सिस्टम आ, जिहड़ा जेंडर लिंगक भिन्नता, यह बुद्धि नूं प्रभावित नहीं करता। लिंगिक भिन्नता जिहड़ी यह बुद्धि नूं प्रभावित नहीं करता। जेंडर सिस्टम आ जो लड़का जां लड़की दा होना, जिवें साडे समाज 'च कई सारे दियां रूढ़ीवादिता स्टीरियोटाइप्स आ कि औरतां दिमाग की घट वरतों करदियां, मर्द ज़्यादा करते हैं। ये स्टीरियोटाइप आ। एक्चुअल दे विच यह जस्ट एक रूढ़ीवादिता, होर कुछ नहीं। तो ये क्वेश्चन आउंदा हुंदा कि बुद्धि नूं हेठ लिखे चारां चों किहड़ियां चीज़ां प्रभावित करदियां ने। तो जे लिंगकता, जेंडर सिस्टम की गल आउंदी है तो यह प्रभावित नहीं करता। ठीक है जी, गल क्लीयर। अगे चलते हैं। अगे है जी टाइप्स ऑफ इंटैलीजेंस। अज आप सिंपल इहदी शुरुआत करांगे। टाइप्स ऑफ इंटैलीजेंस, तो इंटैलीजेंस किन्ने तरह की आ? अबस्ट्रैक्ट इंटैलीजेंस, सब तो पहला अबस्ट्रैक्ट इंटैलीजेंस है जी। दूसरे नंबर ते कंक्रीट इंटैलीजेंस, कंक्रीट इंटैलीजेंस। तीसरे नंबर ते सोशल इंटैलीजेंस। सोशल इंटैलीजेंस तीसरे नंबर ते।
ਤਾਂ ਅਬਸਟਰੈਕਟ ਇੰਟੈਲੀਜੈਂਸ ਕਿਹੜੀ ਇੰਟੈਲੀਜੈਂਸ ਹੁੰਦੀ ਆ ਜੋ ਤੁਹਾਡੇ ਇਮੈਜੀਨੇਸ਼ਨ ਨਾਲ ਜੁੜੀ ਹੋਈ ਇੰਟੈਲੀਜੈਂਸ ਆ। ਦੋ ਤੁਹਾਡੇ ਦਿਮਾਗੀ ਖਿਆਲ ਨੇ, ਤੁਹਾਡੀ ਇਮੈਜੀਨੇਸ਼ਨ ਆ, ਤੁਹਾਡੇ ਦਿਮਾਗ ਦੇ ਵਿੱਚ ਲੌਜਿਕ ਆ, ਪ੍ਰੋਬਲਮ ਸੋਲਵਿੰਗ ਐਕਟੀਵਿਟੀ ਆ, ਤੁਹਾਡੀ ਇਮੈਜੀਨੇਸ਼ਨ ਆ, ਦਿਮਾਗ ਦੀ ਜੋ ਤੁਸੀਂ ਵਰਤੋਂ ਕਰ ਰਹੇ ਹੋ, ਕਲਪਨਾ ਸ਼ਕਤੀ ਤੁਹਾਡੀ, ਉਹ ਇੰਟੈਲੀਜੈਂਸ ਹੁੰਦੀ ਹੈ ਜੀ ਅਬਸਟਰੈਕਟ ਇੰਟੈਲੀਜੈਂਸ। ਜੋ ਮਟੀਰੀਅਲ ਨਾਲ ਜੁੜੀ ਹੋਈ ਇੰਟੈਲੀਜੈਂਸ ਆ, ਭੌਤਿਕਵਾਦ ਜਿਹਨੂੰ ਆਪਾਂ ਬੋਲਦੇ ਹਾਂ ਮਟੀਰੀਅਲਿਜ਼ਮ, ਮਟੀਰੀਅਲ ਨਾਲ ਜੁੜੀ ਹੋਈ ਇੰਟੈਲੀਜੈਂਸ ਆ, ਜਿਸ ਦੇ ਵਿੱਚ ਤੁਹਾਨੂੰ ਮਟੀਰੀਅਲ ਦੇ ਰੂਪ 'ਚ ਵੱਖ-ਵੱਖ ਚੀਜ਼ਾਂ ਦੀ ਪਰਖ ਆ, ਗਿਆਨ ਹੁੰਦਾ ਤੁਹਾਨੂੰ ਕਿ ਆਹ ਟੇਬਲ ਆ, ਕੁਰਸੀ ਆ, ਬਾਈਕ ਆ, ਆਹ ਕਾਰ ਆ, ਇਹ ਚੀਜ਼ਾਂ ਨੇ ਮਟੀਰੀਅਲ ਇੰਟੈਲੀਜੈਂਸ, ਜਾਂ ਉਹਨੂੰ ਅਸੀਂ ਕੰਕਰੀਟ ਇੰਟੈਲੀਜੈਂਸ ਬੋਲ ਦਿੰਦੇ ਹਾਂ। ਜੋ ਕੰਕਰੀਟ ਮਟੀਰੀਅਲ ਨਾਲ ਸੰਬੰਧਿਤ ਤੁਸੀਂ ਬੁੱਧੀ ਦਾ ਇਸਤੇਮਾਲ ਕਰਦੇ ਹੋ, ਉਹ ਕੰਕਰੀਟ ਇੰਟੈਲੀਜੈਂਸ ਹੁੰਦੀ ਆ। ਅਤੇ ਜੋ ਤੁਸੀਂ ਕਲਪਨਾ ਸ਼ਕਤੀ ਦੇ ਵਿੱਚ ਬੁੱਧੀ ਦਾ ਇਸਤੇਮਾਲ ਕਰਦੇ ਹੋ, ਉਹ ਅਬਸਟਰੈਕਟ ਇੰਟੈਲੀਜੈਂਸ ਹੁੰਦੀ ਆ। ਅਤੇ ਥਰਡ ਹੈ ਜੀ ਸੋਸ਼ਲ ਇੰਟੈਲੀਜੈਂਸ। ਸਮਾਜਿਕ ਤੌਰ 'ਤੇ ਬੁੱਧੀ ਉਹ ਹੁੰਦੀ ਆ ਜੋ ਤੁਸੀਂ ਸਮਾਜ ਦੀਆਂ ਰੀਤੀ ਰਿਵਾਜ, ਰਸਮੋ ਰਿਵਾਜ ਗੱਲ ਕਰ ਲਓ, ਤੁਸੀਂ ਤਿਉਹਾਰ ਕਿਵੇਂ ਮਨਾਉਣੇ ਨੇ, ਗਮੀ ਸ਼ਾਦੀ ਕਿਸ ਤਰੀਕੇ ਨਾਲ ਜਾਣਾ, ਕਿਹੜੀ ਸੈਰਮਨੀ ਕਿਵੇਂ ਮਨਾਉਣੀ ਆ, ਸਾਡੇ ਮੋਰੈਲਿਟੀ ਮੈਨਰਸ ਕੀ ਨੇ, ਸਮਾਜਿਕ ਰੂਲ ਕੀ ਨੇ, ਜੋ ਇਹਨਾਂ ਚੀਜ਼ਾਂ ਨਾਲ ਡੀਲ ਕਰਦੀ ਆ, ਉਹ ਹੁੰਦੀ ਆ ਜੀ ਸੋਸ਼ਲ ਇੰਟੈਲੀਜੈਂਸ। ਉਸ ਨੂੰ ਅਸੀਂ ਸੋਸ਼ਲ ਇੰਟੈਲੀਜੈਂਸ ਬੋਲਦੇ ਹਾਂ ਜੀ। ਠੀਕ ਹੈ ਜੀ। ਤਾਂ ਪ੍ਰਮੁੱਖ ਤੌਰ 'ਤੇ ਤਿੰਨ ਇਹ ਇੰਟੈਲੀਜੈਂਸ ਨੇ, ਜਿਸ ਨੂੰ ਅਸੀਂ ਮੇਨ ਰੂਪ 'ਚ ਇਹਦੇ ਟਾਈਪਸ ਦੇ ਤੌਰ 'ਤੇ ਗਿਣਦੇ ਹਾਂ। ਬਾਕੀ ਅੱਗੇ ਜਦੋਂ ਅਸੀਂ ਥੀਰੀਜ਼ ਪੜ੍ਹਦੇ ਹਾਂ ਤਾਂ ਉੱਥੇ ਹਰ ਮਨੋਵਿਗਿਆਨੀ ਨੇ ਆਪਦੇ ਕੁਛ ਤਰੀਕੇ ਦਿੱਤੇ ਨੇ ਇੰਟੈਲੀਜੈਂਸ ਨੂੰ ਲੈ ਕੇ। ਤਾਂ ਟਾਈਪਸ ਆਫ ਇੰਟੈਲੀਜੈਂਸ ਆ ਜੀ ਇਹ।